हे गाइस यू आर स्टडिंग ऑन PSC इंग्लिश ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਔਨ ਫਰੈਂਡਸ਼ਿਪ ਪੋਇਮ। ਔਨ ਫਰੈਂਡਸ਼ਿਪ ਪੋਇਮ ਕਹਲੀਲ ਗਿਬਰਾਨ ਦੀ ਲਿਖੀ ਹੋਈ ਹੈ। ਕਹਲੀਲ ਗਿਬਰਾਨ ਇਸ ਪੋਇਮ ਦੇ ਵਿੱਚ ਦੋਸਤੀ ਦਾ ਬਹੁਤ ਹੀ ਜ਼ਿਆਦਾ ਐਡਵਾਂਟੇजेस ਸਾਡੇ ਸਾਹਮਣੇ ਪੇਸ਼ ਕਰਦੇ ਨੇ। ਉਹਨਾਂ ਦੀ ਜਿਹੜੀ ਆ ਪੋਇਮ ਹੈ ਉਹ ਦਾ ਪ੍ਰੋਫਿਟ ਬੁੱਕ ਵਿੱਚੋਂ ਲਿੱਤੀ ਗਈ ਹੈ। ਇੱਕ ਸਧਾਰਨ ਕਵਿਤਾ ਹੈ ਅਤੇ ਉਹਨਾਂ ਨੇ ਜਿਹੜੀ ਦਾ ਪ੍ਰੋਫਿਟ ਨਾਮ ਦੀ ਜਿਹੜੀ ਕਿਤਾਬ ਲਿਖੀ ਸੀਗੀ ਉਸ ਦੇ ਵਿੱਚ ਆ ਪੋਇਮ ਸੀਗੀ। ਇਸ ਨੂੰ 1923 ਵਿੱਚ ਲਿਖਿਆ ਗਿਆ ਸੀਗਾ। ਇਸ ਕਿਤਾਬ ਦੇ ਛਪਣ ਤੋਂ ਬਾਅਦ ਇਹ ਜਿਹੜੇ ਲੇਖਕ ਸੀਗੇ ਬਹੁਤ ਹੀ ਜ਼ਿਆਦਾ ਪ੍ਰਸਿੱਧ ਅਤੇ ਲੋਕਪ੍ਰਿਯ ਹੋ ਗਏ ਸੀਗੇ। ਇਸ ਸਧਾਰਨ ਜੀ ਕਵਿਤਾ ਵਿੱਚ ਕਵੀ ਮਿੱਤਰਤਾ ਦੇ ਗੁਣਾਂ ਅਤੇ ਲਾਭਾਂ ਦੀ ਤਾਰੀਫ ਕਰਦਾ ਹੈ। ਅੱਗੇ ਵੇਖਦੇ ਹਾਂ, ਉੱਤੇ ਲਿਖਿਆ ਗਿਆ ਏ ਫਰੈਂਡ ਇਜ਼ ਅ ਗਿਫਟ ਆਫ ਗੋਡ। ਇਹਨਾਂ ਲਾਈਨਾਂ ਵਿੱਚ ਕਵੀ ਕਹਿੰਦਾ ਹੈ ਕਿ ਇੱਕ ਦੋਸਤ ਜਿਹੜਾ ਹੈ ਉਹ ਭਗਵਾਨ ਦਾ ਦਿੱਤਾ ਹੋਇਆ ਇੱਕ ਤੋਹਫਾ ਹੈ। ਪਰਮਾਤਮਾ ਇੱਕ ਦੋਸਤ ਦੇ ਸਾਧਨ ਨਾਲ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਅਸੀਂ ਦੋਸਤੀ ਦਾ ਸੰਬੰਧ ਪਿਆਰ ਨਾਲ ਹਾਸਿਲ ਕਰਦੇ ਹਾਂ ਅਤੇ ਉਸ ਦੇ ਬਦਲੇ ਕ੍ਰਿਤಜ್ఞਤਾ ਪ੍ਰਾਪਤ ਹੁੰਦੀ ਹੈ ਜਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ। ਇੱਕ ਦੋਸਤ ਇੱਕ ਪਲੈਟਫਾਰਮ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਸਾਡੇ ਲਈ ਹਰ ਸਮੇਂ ਇੱਕ ਮਦਦ ਦਾ ਸਾਧਨ ਹੁੰਦਾ ਹੈ। ਜਿਵੇਂ ਚੁੱਲ੍ਹਾ ਸਾਨੂੰ ਸਰਦੀ ਦੀਆਂ ਰੁੱਤਾਂ ਵਿੱਚ ਆਰਾਮ ਪਹੁੰਚਾਉਂਦਾ ਹੈ, ਉਸੇ ਤਰ੍ਹਾਂ ਇੱਕ ਦੋਸਤ ਵੀ ਸਾਨੂੰ ਹਰ ਸਮੇਂ ਨਿੱਘ ਜਾਂ ਹਮਦਰਦੀ ਦਿੰਦਾ ਹੈ। ਅੱਗੇ ਕਿਹਾ ਗਿਆ ਹੈ ਕਿ ਮਿੱਤਰ ਨੂੰ ਬਹੁਤ ਦਲੇਰੀ ਦੇ ਨਾਲ ਅਸੀਂ ਹਾਂ ਜਾਂ ਨਾ ਕਹਿ ਸਕਦੇ ਹਾਂ। ਆਦਮੀ ਆਪਣੇ ਮਿੱਤਰ ਨਾਲ ਸਹਿਮਤ ਹੋ ਸਕਦਾ ਹੈ ਜਾਂ ਸਹਿਮਤ ਨਹੀਂ ਵੀ ਹੋ ਸਕਦਾ। ਮਿੱਤਰ ਕਦੇ ਵੀ ਨਾਰਾਜ਼ ਜਾਂ ਗੁੱਸਾ ਨਹੀਂ ਹੁੰਦਾ। ਸਾਨੂੰ ਆਪਣੇ ਮਿੱਤਰ ਦੇ ਲਈ ਆਪਣੇ ਪਿਆਰ ਨੂੰ ਜ਼ਾਹਿਰ ਕਰਨ ਦੇ ਲਈ ਬਹੁਤ ਜ਼ਿਆਦਾ ਸ਼ਬਦਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ। ਕੋਈ ਵੀ ਮਿੱਤਰ ਸਾਡੇ ਵਿਚਾਰਾਂ ਨੂੰ ਜਾਣ ਸਕਦਾ ਹੈ, ਚਾਹੇ ਅਸੀਂ ਉਹਨਾਂ ਨੂੰ ਆਜ਼ਾਦ ਤੌਰ 'ਤੇ ਜਾਂ ਸਾਫ਼ ਤੌਰ 'ਤੇ ਕਹੀਏ ਜਾਂ ਨਹੀਂ ਕਹੀਏ। ਅੱਗੇ ਕਿਹਾ ਗਿਆ ਹੈ ਕਿ ਮਿੱਤਰ ਆਪਸ ਵਿੱਚ ਸਾਫ਼ ਅਤੇ ਖੁੱਲ੍ਹਮ ਖੁੱਲ੍ਹਾ ਗੱਲਾਂ ਕਰ ਸਕਦੇ ਹਨ। ਉਹ ਆਪਸ ਵਿੱਚ ਆਪਣੇ ਦੁੱਖ ਸੁੱਖ ਦੀਆਂ ਗੱਲਾਂ ਕਰ ਸਕਦੇ ਹਨ। ਇਸੇ ਵਾਰਤਾਲਾਪ ਤੋਂ ਉਹ ਇੱਕ ਦੂਜੇ ਦੇ ਦਿਲਾਂ ਨੂੰ ਤਾਜ਼ਾ ਦਮ ਕਰ ਸਕਦੇ ਹਨ, ਜਿਵੇਂ ਤਰੇਲ ਦੇ ਤੁਪਕੇ ਆਦਮੀ ਨੂੰ ਤਾਜ਼ਾ ਕਰ ਦਿੰਦੇ ਹਨ। ਕਵੀ ਨੇ ਬਹੁਤ ਚੰਗੇ ਬਿੰਬਾਵਲੀ ਪ੍ਰਯੋਗ ਕੀਤੀ ਹੈ। ਇਹਨਾਂ ਅਲੰਕਾਰਾਂ ਦੇ ਪ੍ਰਯੋਗ ਨਾਲ ਕਵੀ ਨੇ ਆਪਣੇ ਵਿਚਾਰਾਂ ਨੂੰ ਦੋਸਤੀ ਦੇ ਵਿਸ਼ੇ 'ਤੇ ਬਹੁਤ ਉਚਿਤ ਢੰਗ ਨਾਲ ਪੇਸ਼ ਕੀਤਾ ਹੈ। ਹੁਣ ਵੇਖਦੇ ਹਾਂ ਪੋਇਮ ਵੱਲ। ਪੋਇਮ ਦੀ ਸ਼ੁਰੂਆਤੀ ਲਾਈਨਸ ਵਿੱਚ ਕਿਹਾ ਗਿਆ ਹੈ ਐਂਡ ਅ ਯੂਥ ਸੈਡ ਸਪੀਕ ਟੂ ਅਸ ਆਫ ਫਰੈਂਡਸ਼ਿਪ ਯੂਰ ਫਰੈਂਡ ਇਜ਼ ਯੂਰ ਨੀਡਸ ਆਂਸਰਡ ਹੀ ਇਜ਼ ਯੂਰ ਫੀਲਡ ਵਿਚ ਯੂ ਸੋ ਵਿਦ ਲਵ ਐਂਡ ਰੀਪ ਵਿਦ ਥੈਂਕਸ ਗਿਵਿੰਗ ਐਂਡ ਹੀ ਇਜ਼ ਯੂਰ ਬੋਰਡ ਐਂਡ ਯੂਰ ਫਾਇਰ ਸਾਈਡ ਫॉर you come to him with your hunger and you seek him for peace. When your friend speak his mind, you fear not the nay in your own mind, nor do you withhold the nay. A ਹੁਣ ਇੱਥੇ ਨੀਡਸ ਦਾ ਮਤਲਬ ਹੈਗਾ ਰਿਕੁਆਇਰਮੈਂਟਸ, ਆਂਸਰ ਦਾ ਮਤਲਬ ਇੱਥੇ ਜਵਾਬਦੇਹੀ ਨਹੀਂ ਹੈਗਾ, ਇੱਥੇ ਹੈਗਾ ਹੈ ਫੁੱਲਫਿਲਡ। ਸੋ ਵਿਦ ਲਵ ਆਪਾਂ ਬੀਜ ਵਗੈਰਾ ਬੀਜਦੇ ਹਾਂ, ਝੋਨਾ ਵਗੈਰਾ ਅਸੀਂ ਲਗਾਉਂਦੇ ਹਾਂ, ਵੀਟ ਵਗੈਰਾ ਵੀ ਲਗਾਉਂਦੇ ਹਾਂ ਅਸੀਂ, ਤਾਂ ਉਹਨੂੰ ਆਪਾਂ ਸੋ ਵਿਦ ਲਵ ਇੱਥੇ ਲਿਖਿਆ ਗਿਆ। ਆਪਾਂ ਉਹਨੂੰ ਮਤਲਬ ਕਿ ਜਿਹੜੇ ਆਪਾਂ ਝੋਨਾ ਵਗੈਰਾ ਲਗਾਉਂਦੇ ਹਾਂ ਉਹਨੂੰ ਆਪਾਂ ਬਹੁਤ ਹੀ ਕੇਅਰ ਦੇ ਨਾਲ ਉਹਨਾਂ ਨੂੰ ਗਰੋ ਕਰਦੇ ਹਾਂ, ਉਹਨਾਂ ਨੂੰ ਉਗਾਉਂਦੇ ਹਾਂ। ਇਸ ਤਰ੍ਹਾਂ ਹੀ ਜਿਹੜਾ ਦੋਸਤੀ ਦਾ ਬੂਟਾ ਹੈ ਇਸ ਨੂੰ ਪਿਆਰ ਦੇ ਬੀਜ ਦੇ ਨਾਲ ਬੀਜਿਆ ਜਾਂਦਾ ਹੈ। ਰੀਪ ਵਿਦ ਥੈਂਕਸ ਗਿਵਿੰਗ, ਅਤੇ ਇਸ ਦੇ ਜਿਹੜੇ ਬੈਨੀਫਿਟਸ ਨੇ ਉਹ ਸਾਨੂੰ ਥੈਂਕਸ ਗਿਵਿੰਗ ਦੇ ਨਾਲ ਟਾਈਮ 'ਤੇ ਥੈਂਕ ਯੂ ਵਰਗੇ ਵਰਡਸ ਯੂਜ਼ ਕਰਕੇ ਉਹਨਾਂ ਦਾ ਗ੍ਰੈਟੀਟਿਊਡ ਕਰਕੇ ਅਤੇ ਫਿਰ ਅਸੀਂ ਇਹਨਾਂ ਨੂੰ ਮਤਲਬ ਕਿ ਇਹਨਾਂ ਦੇ ਜਿਹੜੇ ਫਲ ਹੈ ਉਹ ਅਸੀਂ ਲੈ ਸਕਦੇ ਹਾਂ। ਮਿੱਤਰਤਾ ਦੇ ਬੂਟੇ ਦਾ ਫਲ ਅਸੀਂ ਥੈਂਕਸ ਗਿਵਿੰਗ ਨਾਲ ਲੈ ਸਕਦੇ ਹਾਂ। ਐਕਸਪਲੇਨੇਸ਼ਨ ਸਮਝਦੇ ਹੁਣ ਇਸ ਦੀ ਪੰਜਾਬੀ ਦੇ ਵਿੱਚ ਇੰਨੇ ਵਰਡਸ ਦੀ। ਹੁਣ ਇੱਥੇ ਕਵੀ ਕਹਿੰਦਾ ਹੈ ਕਿ ਇੱਕ ਨੌਜਵਾਨ ਆਦਮੀ ਨੇ ਦੋਸਤੀ ਦੇ ਬਾਰੇ ਜਾਣਨਾ ਚਾਹਿਆ। ਉਸ ਨੂੰ ਇਹ ਉੱਤਰ ਮਿਲਦਾ ਹੈ ਕਿ ਮਿੱਤਰ ਇਸ ਲਈ ਹੁੰਦੇ ਹਨ ਕਿ ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਮਿੱਤਰਤਾ ਪਿਆਰ ਤੋਂ ਸ਼ੁਰੂ ਹੁੰਦੀ ਹੈ ਅਤੇ ਪਿਆਰ ਨਾਲ ਹੀ ਫੁੱਲਦੀ ਹੈ। ਇਸ ਦਾ ਲਾਭ ਮਿੱਤਰਤਾ ਦੀ ਕ੍ਰਿਤಜ್ञਤਾ ਤੋਂ ਮਿਲਦਾ ਹੈ। ਠੀਕ ਹੈ ਜੀ। ਇੱਕ ਮਿੱਤਰ ਦੂਜੇ ਮਿੱਤਰ ਦੀ ਮਦਦ ਕਰਦਾ ਹੈ। ਉਹ ਦੂਜੇ ਮਿੱਤਰ ਨੂੰ ਹਮਦਰਦੀ ਦੇ ਰੂਪ ਵਿੱਚ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਅਸੀਂ ਕੌਂਸੋਲੇਸ਼ਨ ਦੇ ਲਈ, ਸਾਂਤਵਨਾ ਦੇ ਲਈ ਮਿੱਤਰਾਂ ਦੇ ਕੋਲ ਜਾਂਦੇ ਹਾਂ। ਜਦੋਂ ਕੋਈ ਮਿੱਤਰ ਤੁਹਾਡੇ ਨਾਲ ਗੱਲ ਕਰਦਾ ਹੈ ਅਤੇ ਆਪਣੇ ਦਿਲ ਦੀ ਗੱਲ ਕਰਦਾ ਹੈ ਤਾਂ ਤੁਹਾਨੂੰ ਕੋਈ ਡਰ ਨਹੀਂ ਰਹਿੰਦਾ ਜੇਕਰ ਉਸ ਦਾ ਜਵਾਬ ਨਾ ਵਿੱਚ ਵੀ ਹੋਵੇਗਾ। ਜੇਕਰ ਤੁਸੀਂ ਹਾਂ ਵਿੱਚ ਵੀ ਜਵਾਬ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇਰ ਨਹੀਂ ਕਰੋਗੇ ਪਰ ਜਲਦੀ ਹੀ ਹਾਂ ਕਹਿ ਦੇਵੋਗੇ। ਹੁਣ ਅਗਲੀ ਲਾਈਨ ਜਿਹੜੀ ਹੈਗੀ ਉਹਦੇ ਵਿੱਚ ਹੈਗਾ ਐਂਡ ਵੈਨ ਹੀ ਇਜ਼ ਸਾਈਲੈਂਟ ਯੂਰ ਹਾਰਟ ਸੀਜ਼ਿਜ਼ ਨਾਟ ਟੂ ਲਿਸਨ ਟੂ ਹਿਜ਼ ਹਾਰਟ ਫॉर ਵਿਦਾਊਟ ਵਰਡਸ ਇਨ ਫਰੈਂਡਸ਼ਿਪ all thoughts, all desires, all expectations are born
ਐਂਡ ਸ਼ੇਅਰਡ ਵਿਦ ਜੋਏ ਡੈਟ ਇਜ਼ ਅਨਕਲੇਮਡ। ਸੀਜ਼ ਇਜ਼ ਨੋਟ ਦਾ ਮਤਲਬ ਹੈਗਾ ਕਿ ਜਿਹੜਾ ਰੁਕਦਾ ਨਹੀਂ ਹੈ, ਡਜ਼ਨਟ ਸਟੋਪ। ਐਕਸਪੈਕਟੇਸ਼ਨਸ, ਹੋਪਸ, ਅਨਕਲੇਮਡ ਜਿਹੜਾ ਡਿਕਲੇਮ ਨਾ ਹੋਇਆ ਹੋਵੇ। ਹੁਣ ਇਸ ਨੂੰ ਸਮਝਦੇ ਹਾਂ ਪੰਜਾਬੀ ਵਿੱਚ। ਜੇਕਰ ਤੁਹਾਡਾ ਮਿੱਤਰ ਸਾਇਲੈਂਟ ਹੈ, ਖਾਮੋਸ਼ ਹੈ, ਇਸ ਦਾ ਅਰਥ ਨਹੀਂ ਨਿਕਲਦਾ ਕਿ ਤੁਸੀਂ ਉਸ ਨੂੰ ਨਹੀਂ ਸੁਣ ਰਹੇ, ਜਿਹੜਾ ਉਸਦੇ ਦਿਲ ਵਿੱਚ ਰੋ ਰਿਹਾ ਹੈ। ਜਦੋਂ ਅਸੀਂ ਮਿੱਤਰ ਹਾਂ ਤਾਂ ਸਾਰੇ ਵਿਚਾਰ, ਇੱਛਾਵਾਂ, ਆਸ਼ਾਵਾਂ ਜਨਮ ਲੈਂਦੀਆਂ ਹਨ। ਸ਼ਬਦਹੀਨ ਅਘੋਸ਼ਿਤ ਖੁਸ਼ੀ ਨਾਲ ਸਾਂਝੇਦਾਰੀ ਹੁੰਦੀ ਹੈ। ਅਘੋਸ਼ਿਤ ਅਨਡਿਕਲੇਅਰਡ, ਠੀਕ ਹੈ ਜੀ। ਉਸ ਅਨਡਿਕਲੇਅਰਡ ਖੁਸ਼ੀ ਦੇ ਨਾਲ ਸਾਂਝੇਦਾਰੀ ਹੁੰਦੀ ਹੈ, ਆਪਸ ਵਿੱਚ ਚੀਜ਼ਾਂ ਸ਼ੇਅਰ ਹੁੰਦੀਆਂ ਹਨ। ਅਗਲੀ ਲਾਈਨਸ ਵੇਖਦੇ ਹਾਂ। ਵੈਨ ਯੂ ਪਾਰਟ ਫਰੋਮ ਯੂਰ ਫਰੈਂਡ ਯੂ ਗਰੀਵ ਨੋਟ, ਫੋਰ ਡੈਟ ਵਿਚ ਯੂ ਲਵ ਮੋਸਟ ਇਨ ਹਿਮ may be clearer in his absence, as the mountain to the climber is clearer from the plain. And let there be no purpose in friendship save the deepening of the spirit. ਇੱਥੇ ਔਖੇ ਵਰਡਸ ਦੇ ਮੀਨਿੰਗ ਵੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈਗਾ ਪਾਰਟ ਫਰੋਮ, ਉਸ ਤੋਂ ਅਲੱਗ ਹੋਣਾ। ਗਰੀਵ, ਜਦੋਂ ਅਸੀਂ ਦੁਖੀ ਫੀਲ ਕਰਦੇ ਹਾਂ। ਕਲੀਅਰਰ, ਬਿਲਕੁਲ ਮਤਲਬ ਕਿ ਹੋਰ ਵਿਵਿਡ ਹੋ ਜਾਣਾ। ਪਲੇਨ, ਪੱਧਰੀ ਗਰਾਊਂਡ। ਸੇਵ ਦਾ ਮਤਲਬ ਇੱਥੇ ਹੈਗਾ, ਇੱਥੇ ਤੁਸੀਂ ਕੋਈ ਫਾਈਲ ਵਗੈਰਾ ਨਹੀਂ ਸੇਵ ਕਰਨੀ ਹੈਗੀ, ਜਿਵੇਂ ਫੋਨ ਜਾਂ ਕੰਪਿਊਟਰ ਵਿੱਚ ਕਰਦੇ ਹੋ, ਉਹ ਚੀਜ਼ ਨਹੀਂ ਹੈਗੀ ਇੱਥੇ। ਸੇਵ ਦਾ ਮਤਲਬ ਹੈਗਾ ਉਹਨੂੰ, ਚੀਜ਼ ਨੂੰ ਐਕਸੈਪਟ ਕਰਨਾ। ਡੀਪਨਿੰਗ, ਡੀਪਨਿੰਗ ਦਾ ਮਤਲਬ ਹੈਗਾ ਇੱਥੇ ਸਟਰੈਂਥਨਿੰਗ, ਸਟਰੈਂਥ ਦੇਣੀ। ਹੁਣ ਇੱਥੇ ਐਕਸਪਲੇਨੇਸ਼ਨ ਸਮਝਦੇ ਹਾਂ। ਮਿੱਤਰ ਦਾ ਇਹ ਖਾਸ ਲੱਛਣ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਮਿੱਤਰ ਤੋਂ ਅਲੱਗ ਹੁੰਦੇ ਹਾਂ ਤਾਂ ਅਸੀਂ ਨਾ ਤਾਂ ਉਦਾਸ ਹੁੰਦੇ ਹਾਂ, ਨਾ ਹੀ ਸਾਨੂੰ ਕੋਈ ਦੁੱਖ ਹੁੰਦਾ ਹੈ। ਅਸੀਂ ਆਪਣੇ ਮਿੱਤਰ ਨੂੰ ਉਸ ਦੇ ਗੁਣਾਂ ਦੇ ਕਾਰਨ ਪਿਆਰ ਕਰਦੇ ਹਾਂ। ਸਾਡੇ ਮਿੱਤਰ ਦਾ ਗੁਣ ਜ਼ਿਆਦਾ ਪ੍ਰਗਟ ਹੋ ਜਾਂਦਾ ਹੈ ਜਦੋਂ ਅਸੀਂ ਉਸ ਤੋਂ ਦੂਰ ਹੋ ਜਾਂਦੇ ਹਾਂ। ਹੁਣ ਇੱਥੇ ਐਗਜ਼ਾਮਪਲ ਬਹੁਤ ਸੋਹਣੀ ਦਿੱਤੀ ਹੋਈ ਹੈ ਕਵੀ ਨੇ। ਉਹ ਕਹਿੰਦਾ ਕਿ ਜਦੋਂ ਇੱਕ ਪਹਾੜ 'ਤੇ ਚੜ੍ਹਨ ਵਾਲੇ ਨੂੰ ਮੈਦਾਨ ਤੋਂ ਪਹਾੜ ਜ਼ਿਆਦਾ ਸਾਫ਼ ਦਿਖਾਈ ਦਿੰਦਾ ਹੈ। ਜਦੋਂ ਅਸੀਂ ਵੇਖੀਏ ਕਿ ਅਸੀਂ ਕੁੱਲੂ ਮਨਾਲੀ ਵਾਲੀ ਸਾਈਡ 'ਤੇ ਜਾਂ ਹਿਮਾਚਲ ਵਗੈਰਾ ਵਾਲੀ ਸਾਈਡ 'ਤੇ ਜਾਈਏ ਤਾਂ ਉੱਥੇ ਜਦੋਂ ਆਪਾਂ ਗਰਾਊਂਡ ਵਗੈਰਾ 'ਤੇ ਹੁੰਦੇ ਹਾਂ, ਹੁਣ ਅਸੀਂ ਪਠਾਨਕੋਟ ਵਗੈਰਾ ਤੋਂ ਹੀ ਵੇਖੀਏ ਤਾਂ ਸਾਨੂੰ ਡਾਇਰੈਕਟ ਜਿਹੜੇ ਪਹਾੜ ਨੇ ਉਹ ਜ਼ਿਆਦਾ ਸਾਫ਼ ਦਿਖਦੇ ਨੇ। ਅਸੀਂ ਪਹਾੜ ਦੇ ਉੱਪਰ ਚੜ੍ਹ ਕੇ ਪਹਾੜ ਨੂੰ ਇੰਨੀ ਕਲੀਅਰਲੀ ਨਹੀਂ ਵੇਖ ਸਕਦੇ ਜਿੰਨਾ ਅਸੀਂ ਗਰਾਊਂਡ ਲੈਵਲ ਤੋਂ ਪਹਾੜ ਨੂੰ ਵੇਖ ਸਕਦੇ ਹਾਂ। ਡਲਹੌਜ਼ੀ ਵਗੈਰਾ ਦੇ ਪਹਾੜ ਜਿਹੜੇ ਨੇ ਉਹ ਸਾਫ਼ ਦਿਖਦੇ ਨੇ ਉੱਥੇ ਪਠਾਨਕੋਟ ਤੋਂ, ਅਤੇ ਉਹ ਬਹੁਤ ਜ਼ਿਆਦਾ ਸਾਫ਼ ਦਿਖਦੇ ਨੇ। ਅਤੇ ਉਹ ਉੱਦਾਂ ਹੀ ਕਹਿੰਦਾ ਕਿ ਪਹਾੜ 'ਤੇ ਚੜ੍ਹਨ ਵਾਲੇ ਨੂੰ ਮੈਦਾਨ ਤੋਂ ਪਹਾੜ ਜ਼ਿਆਦਾ ਸਾਫ਼ ਦਿਖਾਈ ਦਿੰਦਾ ਹੈ। ਉਵੇਂ ਹੀ ਦੋਸਤ ਨੂੰ, ਦੋਸਤ ਤੋਂ ਜੁਦਾ ਹੋਣ ਤੋਂ ਬਾਅਦ ਦੋਸਤ ਦੀ ਜਿਹੜੀ ਐਡਵਾਂਟੇਜਿਸ ਸੀਗੀਆਂ ਉਹ ਹੋਰ ਜ਼ਿਆਦਾ ਸਾਫ਼ ਦਿਖਾਈ ਦਿੰਦੀਆਂ ਸਨ। ਕਵੀ ਦੇ ਅਨੁਸਾਰ ਦੋਸਤੀ ਦਾ ਹੋਰ ਕੋਈ ਮਤਲਬ ਨਹੀਂ ਹੁੰਦਾ ਇਸ ਤੋਂ ਇਲਾਵਾ ਕਿ ਦੋਨਾਂ ਮਿੱਤਰਾਂ ਦੇ ਵਿੱਚ ਅਧਿਆਤਮਕ ਬੰਧਨ ਨੂੰ ਮਜ਼ਬੂਤ ਕੀਤਾ ਜਾਵੇ। ਇੱਕ ਸਪਿਰਿਚੁਅਲ ਬੌਂਡ ਜਿਹੜਾ ਹੈ ਉਹ ਦੋਵਾਂ ਫਰੈਂਡਸ ਵਿੱਚ ਬਣ ਜਾਵੇ। ਅਗਲੀ ਲਾਈਨ ਸਮਝਦੇ ਹਾਂ। ਸਾਰਾ ਹੁਣ ਲਾਸਟ ਤੱਕ ਇੱਕੋ ਵਾਰੀ ਕਵਰ ਕਰ ਦਿੰਦੇ ਹਾਂ। ਫੋਰ ਲਵ ਡੈਟ ਸੀਕਸ aught but the disclosure of its own mystery is not love, but a net cast forth, and only the unprofitable is caught. And let your best be your friend. If he must know the ebb of your tide, let him know its flood also. For what is your friend that you should seek him with hours to kill? Seek him always with hours to live, for it is his to fill your need, but not your emptiness. And in this sweetness of friendship, let there be laughter and sharing of pleasures, for in the dew of little things, the heart finds its warming and is refreshed. Okay, words ਹੈਗੇ ਨੇ ਇੱਥੇ seeks. Seeks ਦਾ ਮਤਲਬ ਹੁੰਦਾ looks for, ought, anything, ਕੁਛ ਵੀ। Disclosure, ਤੁਸੀਂ ਹੁਣ ਇਹਨੂੰ ਸਮਝੋ ਕਿੱਦਾਂ ਕਿ ਜਦੋਂ ਅਸੀਂ ਕੋਈ ਐਕਟ ਕਰਦੇ ਹਾਂ ਕਿ ਅਸੀਂ ਸਮਥਿੰਗ, ਕੋਈ ਵੀ ਚੀਜ਼ ਅਸੀਂ ਕਿਸੇ ਨੂੰ ਜਾਣੂ ਕਰਾਉਣੀ ਹੋਏ ਜਾਂ ਪਬਲਿਕ ਦੇ ਸਾਹਮਣੇ ਲੈ ਕੇ ਆਉਣੀ ਹੋਏ, ਉਹਨੂੰ ਕਹਿੰਦੇ ਨੇ ਡਿਸਕਲੋਜ਼ਰ। ਮਿਸਟਰੀ, ਜਿਹੜੀ ਕੋਈ ਚੀਜ਼ ਜਿਹੜੀ ਕਿ ਐਕਸਪਲੇਨ ਕਰਨਾ ਮੁਸ਼ਕਿਲ ਹੋਵੇ ਜਾਂ ਜਿਸ ਨੂੰ ਸਮਝਣਾ ਮੁਸ਼ਕਿਲ ਹੋਵੇ, ਉਹ ਚੀਜ਼ ਹੁੰਦੀ ਮਿਸਟਰੀ। ਇੱਥੇ ਇੱਕ ਵਰਡ ਦਿੱਤਾ ਹੋਇਆ ਐਬ, EBB। ਉਹ ਐਬ ਕੀ ਹੁੰਦਾ ਕਿ ਇੱਕ ਇਹੋ ਜਿਹਾ ਟਾਈਮ ਹੁੰਦਾ ਜਦੋਂ ਕਿ ਜਿਹੜਾ ਸਮੁੰਦਰ ਹੈ ਉਹਦਾ ਜਿਹੜਾ ਫਲੋ ਹੈ ਉਹ ਲੈਂਡ ਵੱਲ ਨੂੰ, ਜ਼ਮੀਨ ਵੱਲ ਨੂੰ ਜਦੋਂ ਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਇਹਨੂੰ ਐਕਸਪਲੇਨ ਕਰਦੇ ਹਾਂ ਪੰਜਾਬੀ ਵਿੱਚ। ਕਵੀ ਮਿੱਤਰਤਾ ਦੇ ਮਹੱਤਵਪੂਰਨ ਲੱਛਣਾਂ ਦੇ ਬਾਰੇ ਗੱਲ ਕਰਦਾ ਹੈ। ਉਸ ਮਿੱਤਰਤਾ ਨੂੰ
ਮਿੱਤਰਤਾ ਨਹੀਂ ਕਹਿ ਸਕਦੇ ਜੇਕਰ ਅਸੀਂ ਸਿਰਫ ਪਿਆਰ ਦੇ ਭੇਦ ਨੂੰ ਛੱਡ ਕੇ ਕੁਝ ਹੋਰ ਵੀ ਜਾਣਨਾ ਚਾਹੁੰਦੇ ਹਾਂ। ਉਸ ਸਥਿਤੀ ਵਿੱਚ ਇਹ ਇੱਕ ਸੁੱਟਿਆ ਹੋਇਆ ਜਾਲ ਹੁੰਦਾ ਹੈ। ਇਸ ਤਰ੍ਹਾਂ ਸੁੱਟੇ ਹੋਏ ਜਾਲ ਤੋਂ ਕਾਫੀ ਫਾਇਦੇ ਵਾਲੀ ਚੀਜ਼ ਨਹੀਂ ਮਿਲਦੀ। ਤੁਹਾਨੂੰ ਆਪਣੇ ਮਿੱਤਰ ਦੇ ਲਈ ਸਭ ਤੋਂ ਚੰਗੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਉਹ ਤੁਹਾਡੇ ਪਿਆਰ ਦੀ ਸਭ ਤੋਂ ਘੱਟ ਡੂੰਘਾਈ ਨੂੰ ਜਾਣ ਸਕਦਾ ਹੈ ਤਾਂ ਉਸ ਨੂੰ ਆਪਣੇ ਪਿਆਰ ਦਾ ਸਿਖਰ ਵੀ ਦਿਖਾਉਣਾ ਚਾਹੀਦਾ ਹੈ। ਤੁਹਾਨੂੰ ਆਪਣਾ ਮਿੱਤਰ ਇਸ ਲਈ ਨਹੀਂ ਲੱਭਣਾ ਚਾਹੀਦਾ ਕਿ ਤੁਸੀਂ ਉਸ ਦੇ ਨਾਲ ਆਪਣਾ ਸਮਾਂ ਨਸ਼ਟ ਕਰੋ। ਤੁਹਾਨੂੰ ਆਪਣਾ ਮਿੱਤਰ ਇਸ ਲਈ ਲੱਭਣਾ ਚਾਹੀਦਾ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਸਮਾਂ ਬਿਤਾ ਸਕੋ ਉਸ ਦੇ ਨਾਲ। ਤੁਹਾਡੇ ਮਿੱਤਰ ਨੇ ਤੁਹਾਡੀਆਂ ਮੰਗਾਂ ਨੂੰ ਪੂਰਾ ਕਰਨਾ ਹੁੰਦਾ। ਉਸ ਨੇ ਤੁਹਾਨੂੰ ਆਪਣੇ ਕੋਲ ਇਸ ਲਈ ਨਹੀਂ ਰੱਖਣਾ ਹੁੰਦਾ ਕਿ ਤੁਹਾਡਾ ਸਮਾਂ ਫਜ਼ੂਲ ਹੀ ਬੀਤ ਜਾਵੇ। ਤੁਸੀਂ ਆਪਣੇ ਮਿੱਤਰ ਦੀ ਸੰਗਤ ਵਿੱਚ ਮਿਠਾਸ ਦਾ ਅਨੁਭਵ ਕਰਦੇ ਹੋ। ਮਿੱਤਰਤਾ ਦੀ ਮਿਠਾਸ ਸਾਨੂੰ ਹਾਸਾ ਅਤੇ ਖੁਸ਼ੀ ਹਾਸਿਲ ਕਰਵਾਉਂਦੀ ਹੈ। ਮਿੱਤਰਤਾ ਦੀ ਮਿਠਾਸ ਦਿਲ ਨੂੰ ਤਾਜ਼ਗੀ ਦਿੰਦੀ ਹੈ। ਆਸ਼ਾ ਕਰਦਾ ਹਾਂ ਕਿ ਤੁਹਾਨੂੰ ਪੋਇਮ ਸਮਝ ਆ ਗਈ ਹੈ। ਅਗਰ ਸਮਝ ਆ ਗਈ ਹੈ ਤਾਂ ਇਸ ਦਾ ਇਸ਼ਾਰਾ ਤੁਸੀਂ ਸਬਸਕ੍ਰਾਈਬ ਦਾ ਬਟਨ ਦਬਾ ਕੇ, ਲਾਈਕ ਦਾ ਬਟਨ ਦਬਾ ਕੇ ਦੇ ਸਕਦੇ ਹੋ। ਦੇਖਣ ਲਈ ਧੰਨਵਾਦ। ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ।